ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ। ਚੋਰ ਯਾਰ ਜੁਆਰ, ਪਰ ਘਰ ਜੁਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਅਕ੍ਰਿਤ ਘਣ, ਮੋਹ ਕੋ ਨਾ ਰਖੰਦਾ। ਸਿਮਰ ਮੁਰੀਦਾਂ ਢਾਡੀਆਂ, ਸਤਿਗੁਰੂ ਬਖਸ਼ੰਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ। ਹਰ ਕਾ ਮਹਲ ਨਾ ਪਾਵਈ, ਮਰ ਵਿਸ਼ਟਾ ਮਾਹੇ ਸਮਾਏ। ਮਨ ਰੇ ਗ੍ਰਹਿ ਮਾਹੇ ਉਦਾਸ, ਮਨ ਰੇ ਗ੍ਰਹਿ ਹੀ ਮਾਹੇ ਉਦਾਸ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਰਹਾਉ ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੇ ਮਹਿ ਪਾਏ। ਹਰ ਕਾ ਨਾਮ ਧਿਆਈਐ, ਸਤ ਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੈ, ਨਵਖੰਡ ਰਾਜ ਕਮਾਹੇ। ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਫਿਰ ਜੋਨੀ ਪਾਹੇ। ਹਰ ਹਾਰ ਕੰਠ ਜਿਨੀ ਪਹਿਰਿਆ, ਹਰ ਹਾਰ ਕੰਠ ਜਿਨੀ ਪਹਿਰਿਆ। ਗੁਰ ਚਰਣੀ ਚਿਤ ਲਾਏ, ਤਿਨਾ ਪਿਛੈ ਰਿੱਧ ਸਿੱਧ ਫਿਰੈ। ਉਹਨਾਂ ਤਿਲ ਨਾ ਤਮਾਏ। ਜੋ ਪ੍ਰਭ ਭਾਵੈ ਸੋ ਥੀਐ, ਅਵਰ ਨਾ ਕਰਣਾ ਜਾਏ। ਜਨ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਜਨ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਚਾਰ ਪੈਰ ਦੀ ਰਹਿਣ ਸਤਿਗੁਰੂ ਕੀ ਰਜ਼ਾ ਤੇ ਭਾਣੇ ਵਿੱਚ ਲੰਘੀ ਹੈ। ਅੱਜ ਦਾ ਦਿਨ ਚੜ੍ਹਿਆ ਹੈ ਤੇ ਅੰਮ੍ਰਿਤ ਵੇਲੇ ਦੇ ਪਾਵਨ ਉਪਦੇਸ਼ ਜੋ ਸਤਿਗੁਰੂ ਜੀ ਅੱਜ ਦੇ ਝੋਲੀ ਵਿੱਚ ਪਾ ਰਹੇ ਨੇ, ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਗੁਰਬਾਣੀ ਵਿਚਾਰ WhatsApp ਦੇ ਉੱਪਰ
ਤੇ ਫੇਸਬੁੱਕ ਲਾਈਵ ਦੇ ਉੱਪਰ ਆਡੀਓ ਦੇ ਮਾਧਿਅਮ ਦੇ ਰਾਹੀਂ ਜੋ ਇਹ ਐਪੀਸੋਡ ਪ੍ਰਾਰੰਭ ਕੀਤੇ ਗਏ ਹਨ, ਜਿਸ ਵਿੱਚ ਤੁਸੀਂ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਸਰਵਣ ਕਰਦੇ ਹੋ ਤੇ ਨਾਲ ਕੋਸ਼ਿਸ਼ ਕਰਦੇ ਹਾਂ ਸਤਿਗੁਰੂ ਕੀ ਪਾਵਨ ਬਖਸ਼ਿਸ਼ ਨੂੰ ਅਰਥਾਂ ਸਮੇਤ ਸਮਝਣ ਦੀ, ਤਾਂ ਕਿ ਅਸੀਂ ਰੋਜ਼ਾਨਾ ਇੱਕ ਸ਼ਬਦ ਨੂੰ ਵੀ ਆਪਣੇ ਜੀਵਨ ਦੇ ਵਿੱਚ ਵਸਾਈਏ। ਕੋਸ਼ਿਸ਼ ਕਰੀਏ ਹੌਲੀ ਹੌਲੀ ਆਪਣੇ ਜੀਵਨ ਦੇ ਵਿੱਚ ਗੁਰਮਤਿ ਨੂੰ ਵਸਾਉਣ ਦੀ, ਤੇ ਕਾਫੀ ਜੀਵਨ ਦੇ ਵਿੱਚ ਬਦਲਾਵ ਆ ਸਕਦਾ ਹੈ ਸਾਡੇ ਜੀਵਨ ਵਿੱਚ। ਇਹ ਯਤਨ ਵੀਰੋ ਸਾਨੂੰ ਆਪਾਂ ਨੂੰ ਰਲ ਮਿਲ ਕੇ ਕਰਨਾ ਪੈਣਾ ਹੈ, ਕਿਉਂਕਿ ਜਦ ਤੱਕ ਅਸੀਂ ਆਪਣੇ ਆਪ ਤੇ ਮਿਹਨਤ ਨਹੀਂ ਕਰਦੇ, ਦੇਖੋ ਜੇ ਆਪਾਂ ਤਨ ਢੱਕਣਾ ਨਾ ਤੇ ਕੱਪੜੇ ਪਾਉਣ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ। ਦਰਜੀ ਕੱਪੜੇ ਸੀਵਦਾ ਹੈ, ਕਿਤਨੀ ਮਿਹਨਤ ਨਾਲ ਸੀਵਦਾ, ਫਿਰ ਤਨ ਉੱਤੇ ਖੂਬਸੂਰਤ ਲੱਗਦੇ ਹਨ। ਇਵੇਂ ਹੀ ਮਨੁੱਖ ਦੇ ਮਨ ਦੀ ਖੂਬਸੂਰਤੀ ਬੜੀ ਜ਼ਰੂਰੀ ਚਾਹੀਦੀ ਹੈ। ਮਨੁੱਖ ਸਰੀਰ ਤੋਂ ਭਾਵੇਂ ਕਿੰਨਾ ਸੁਨੱਖਾ ਹੋਵੇ, ਪਰ ਜੇ ਉਹਦਾ ਮਨ ਖੂਬਸੂਰਤ ਨਹੀਂ ਨਾ, ਜੇ ਉਹਦੇ ਅੰਦਰ ਦੇ ਖਿਆਲ ਖੂਬਸੂਰਤ ਨਹੀਂ ਹੈ, ਉਹਦੀ ਬਾਹਰ ਦੀ ਖੂਬਸੂਰਤੀ ਕੋਈ ਮਾਇਨੇ ਨਹੀਂ ਰੱਖਦੀ। ਗੁਰਮਤ ਨੇ ਸਭ ਤੋਂ ਸੁੰਦਰ ਸੁਨੱਖਾ ਉਸ ਨੂੰ ਮੰਨਿਆ ਹੈ ਜਿਹਦਾ ਮੁੱਖ ਗੁਰੂ ਦੇ ਵੱਲ ਹੈ, ਭਾਵ ਜੋ ਗੁਰੂ ਦੇ ਗਿਆਨ ਨੂੰ ਜੀਵਨ 'ਚ ਵਸਾਉਂਦਾ ਹੈ, ਜੋ ਆਪਣੇ ਜੀਵਨ ਵਿੱਚ ਗੁਰਮਤ ਨੂੰ ਵਸਾਉਂਦਾ ਹੈ, ਜੋ ਗੁਰੂ ਦੀ ਦੱਸੀ ਫਿਲਾਸਫੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦਾ ਹੈ। ਤੋ ਇਹ ਸਭ ਕੁਝ ਸੰਭਵ ਹੈ ਜੇ ਅਸੀਂ ਆਪ ਕੋਸ਼ਿਸ਼ ਕਰਾਂਗੇ। ਗੁਰਬਾਣੀ ਬਹੁਤ ਪਿਆਰ ਦਿੰਦੀ ਹੈ। ਸਤਿਗੁਰੂ ਕੀ ਜਿਹੜੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਆ ਨਾ, ਜੇ ਜੀਵਨ ਦੀ ਇਹ ਖੁਰਾਕ ਬਣ ਜਾਵੇ ਤੇ ਰਿਹਾ ਨਹੀਂ ਜਾਂਦਾ। ਫਿਰ ਇੰਜ ਲੱਗਦਾ ਹੈ ਜਿਵੇਂ ਸਵੇਰੇ ਸਾਨੂੰ ਬ੍ਰੇਕਫਾਸਟ ਦੀ ਲੋੜ ਪੈਂਦੀ ਹੈ ਨਾ, ਫਿਰ ਇਵੇਂ ਇਸ ਆਤਮਾ ਨੂੰ ਗੁਰਬਾਣੀ ਦੀ ਵਿਚਾਰ ਦੀ ਲੋੜ ਪੈਂਦੀ ਹੈ, ਕਿਉਂਕਿ ਸਾਰਾ ਦਿਨ ਐਨਰਜੀ ਚਾਹੀਦੀ ਹੈ। ਜੇ ਜ਼ਿੰਦਗੀ ਦੇ ਵਿੱਚ ਗੁਰਮਤ ਹੈ ਤੇ ਸਾਰਾ ਦਿਨ ਪੋਜ਼ਿਟਿਵ ਐਨਰਜੀ ਰਹੇਗੀ। ਹਰ ਇੱਕ ਮੁਸ਼ਕਲਾਂ ਦਾ ਸਿੱਖ ਡਟ ਕੇ ਸਾਹਮਣਾ ਮਨੁੱਖ ਕਰੇਗਾ। ਪਰ ਜੇ ਜ਼ਿੰਦਗੀ ਵਿੱਚ ਗੁਰਬਾਣੀ ਨਹੀਂ, ਗੁਰਮਤ ਨਹੀਂ, ਜੇ ਐਨਰਜੀ ਨਹੀਂ ਪੋਜ਼ਿਟਿਵ, ਚੜ੍ਹਦੀ ਕਲਾ ਹੀ ਨਹੀਂ, ਫਿਰ ਤੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਢੇਰੀ ਢਾ ਕੇ ਬਹਿ ਜਾਵਾਂਗੇ, ਜਿਵੇਂ ਅਕਸਰ ਬਹਿ ਜਾਂਦੇ ਹਾਂ। ਜਿਹੜਾ ਜੀਵਨ ਆ ਨਾ, ਇਹ ਢੇਰੀ ਢਾ ਕੇ ਬਹਿਣ ਦਾ ਨਾਮ ਨਹੀਂ ਹੈ। ਜੀਵਨ ਹੈ ਰੋਜ਼ ਇੱਕ ਨਵੀਂ ਮਿਹਨਤ ਹੈ, ਰੋਜ਼ ਇੱਕ ਪਰਿਸ਼ਰਮ ਹੈ, ਰੋਜ਼ ਇੱਕ ਜਿਹੜੀ ਹੈ ਪੋਜ਼ਿਟਿਵ ਐਨਰਜੀ ਲੈ ਕੇ ਆਪਣੀ ਮੰਜ਼ਿਲ ਵੱਲ ਤੁਰਨਾ ਹੈ। ਭਾਵੇਂ ਉਹ ਰਾਜਨੀਤਿਕ ਹੈ, ਭਾਵੇਂ ਉਹ ਸਮਾਜਿਕ ਹੈ। ਇਹ ਉਹੀ ਮਨੁੱਖ ਸਮਾਜ ਸੁਧਾਰ ਬਣ ਸਕਦੇ ਨੇ ਜਿਹੜੇ ਮਨੁੱਖ ਕੋਸ਼ਿਸ਼ ਕਰਨ ਪਹਿਲਾਂ ਆਪਣੇ ਜੀਵਨ ਨੂੰ ਸੰਵਾਰਨ ਦੀ। ਇਸ ਦੇ ਵਾਸਤੇ ਗੁਰਬਾਣੀ ਅਤ ਲੋੜੀਂਦੀ ਹੈ। ਸੋ ਇਹ ਯਤਨ ਪ੍ਰਾਰੰਭੇ ਗਏ ਹਨ। ਅੱਜ ਦਾ ਜਿਹੜਾ ਪਾਵਨ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 26 ਨੰਬਰ ਪੰਨੇ ਦੇ ਉੱਪਰ ਸੁਭਾਏਮਾਨ ਹੈ। ਸ਼੍ਰੀ ਰਾਗ ਦਾ ਜਿਹੜਾ ਨਾਮ ਹੈ, ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਦੂਸਰਾ ਸ਼ਬਦ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਰਾਗ ਦੇ ਵਿੱਚੋਂ ਇਹ 35 ਨੰਬਰ ਸ਼ਬਦ ਹੈ। ਜਿਵੇਂ ਮੈਂ ਕੱਲ ਵੀ ਬੇਨਤੀ ਕੀਤੀ ਸੀ, 33 ਨੰਬਰ ਸ਼ਬਦ ਤੱਕ ਜਿਹੜੇ 4 ਪਦਿਆਂ ਦੇ ਸ਼ਬਦ ਨੇ, ਇਹ ਆਪਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਚਾਰੇ ਸਨ। ਕੱਲ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਜਿਹੜੀ ਵਿਚਾਰ ਪ੍ਰਾਰੰਭੀ ਗਈ ਸੀ। 34 ਨੰਬਰ ਸ਼ਬਦ ਤੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਸ਼ੁਰੂਆਤ ਹੈ। ਅੱਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸ਼੍ਰੀ ਰਾਗ ਦਾ 35 ਨੰਬਰ ਸ਼ਬਦ ਹੈ, ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਦੂਸਰਾ ਨੰਬਰ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਉਹਨਾਂ ਮਨੁੱਖਾਂ ਦੀ ਬਾਬਤ ਗੱਲ ਕੀਤੀ ਹੈ ਜਿਹੜੇ ਬਾਹਰੋਂ ਧਰਮ ਦਾ ਭੀਖ ਪਾ ਕੇ ਆਪਣੇ ਆਪ ਨੂੰ ਧਰਮੀ ਅਖਵਾਉਣਾ ਚਾਹੁੰਦੇ ਹਨ। ਬਹੁਤਾਤ ਨੇ, ਅੱਜ ਵਿਰਲੇ ਨੇ। ਜੇ ਆਪਾਂ ਲੱਭਣ ਚੱਲੀਏ ਸੰਸਾਰ ਦੇ ਵਿੱਚ ਬਹੁਤ ਵਿਰਲੇ ਮਿਲਣਗੇ ਜਿਹੜੇ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਵਾਲੇ ਅਸੂਲ ਤੇ ਸਿਧਾਂਤਾਂ ਤੇ ਚੱਲ ਰਹੇ ਨੇ। ਉਂਗਲਾਂ ਤੇ ਗਿਣਨ ਵਾਲੇ ਮਿਲਣਗੇ,
ਬਹੁਤਾਤ ਤੇ ਉਹ ਨੇ ਜਿਨ੍ਹਾਂ ਨੇ ਬਾਹਰੋਂ ਭੇਖ ਹੀ ਕੇਵਲ ਸਿੱਖਾਂ ਵਾਲਾ ਪਾਇਆ ਹੈ। ਪੱਗਾਂ ਸਿੱਖਾਂ ਵਾਲੀਆਂ ਬੰਨੀਆਂ ਨੇ, ਦਾੜੇ ਸਿੱਖਾਂ ਵਾਲੇ ਰੱਖੇ ਨੇ, ਬਾਣੇ ਸਿੱਖਾਂ ਵਾਲੇ ਪਾਏ ਨੇ, ਪਰ ਅੰਦਰ ਪਤਾ ਨਹੀਂ ਉਹਨਾਂ ਦੇ ਕੀ ਕੁਝ ਚੱਲਦਾ ਪਿਆ। ਤੁਹਾਡੇ ਸਾਹਮਣੇ ਆ, ਕਈ ਜਗ੍ਹਾ ਦੇ ਉੱਤੇ ਟੱਲੀਆਂ ਦੇ ਨਾਲ ਆਰਤੀਆਂ ਕੀਤੀਆਂ ਜਾ ਰਹੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਹਿ ਕੇ। ਹੁਣ ਵੇਖਣ ਨੂੰ ਤੇ ਉਹ ਵੀ ਸਿੱਖੀ ਆ ਨਾ, ਪੱਗਾਂ ਤੇ ਉਹਨਾਂ ਨੇ ਵੀ ਬੰਨੀਆਂ ਨਾ, ਦਾੜੇ ਤੇ ਉਹਨਾਂ ਨੇ ਵੀ ਰੱਖੇ ਨੇ, ਕਿਰਪਾਨਾਂ ਤੇ ਉਹਨਾਂ ਨੇ ਵੀ ਪਾਈਆਂ ਨੇ, ਪਰ ਸੁਰਤ ਦੇ ਵਿੱਚ ਸਨਾਤਨ ਮਤ ਹੈ, ਸੁਰਤ ਦੇ ਵਿੱਚ ਉਹੀ ਮਨਮਤ ਹੈ। ਜਿਹੜੇ ਗੁਰਮਤ ਨੂੰ, ਗੁਰਮਤ ਦੇ ਆਗੂ ਹੋ ਕੇ ਗੁਰਮਤ ਦੀ ਫਾਲੋਵਰ ਨਹੀਂ ਗਏ, ਤੇ ਅੰਦਾਜ਼ਾ ਲਾਉਣਾ ਪਊਗਾ ਵੀ ਇਹ ਕੇਵਲ ਭੇਖੀ ਨੇ, ਬਹੁਤਾਤ ਨੇ। ਸਤਿਗੁਰੂ ਗੁਰਦੇਵ ਜੀ ਨੇ ਉਹਨਾਂ ਦੀ ਅੱਜ ਦੀ ਗੱਲ ਕੀਤੀ ਹੈ, ਕਿਉਂਕਿ ਭੇਖ ਜਿਹੜਾ ਮਨੁੱਖ ਬੜੀ ਛੇਤੀ ਪ੍ਰਭਾਵਿਤ ਹੁੰਦਾ ਹੈ ਭੇਖ ਤੋਂ। ਬਾਹਰ ਦਾ ਭੇਖ ਮਨੁੱਖ ਨੂੰ ਅਕਸਰ ਪ੍ਰਭਾਵਿਤ ਕਰਦਾ ਹੈ ਵੀ ਸ਼ਾਇਦ ਇਹ ਮਨੁੱਖ ਬੜਾ ਧਰਮੀ ਹੈ, ਇਹਦਾ ਭੇਖ ਦੱਸਦਾ ਹੈ, ਇਹ ਅੱਖਾਂ ਮੀਟ ਕੇ ਰੱਖਦਾ ਹੈ, ਹੱਥ ਵਿੱਚ ਮਾਲਾ ਫੜ ਕੇ 24 ਘੰਟੇ ਸਿਮਰਨ ਕਰਦਾ ਰਹਿੰਦਾ ਹੈ। ਪਰ ਸਤਿਗੁਰੂ ਕਹਿੰਦੇ ਤੈਨੂੰ ਨਹੀਂ ਅਜੇ ਪਤਾ ਕਿ ਇਹ ਭੇਖ ਤੋਂ ਕੇਵਲ ਲੋਕਾਂ ਨੂੰ ਭਰਮਾ ਰਿਹਾ ਹੈ। ਜਿਵੇਂ ਇੱਕ ਸ਼ਿਕਾਰੀ ਜਾਲ ਪਾ ਕੇ ਬੈਠਾ ਹੁੰਦਾ ਨਾ, ਇਹ ਜਾਲ ਪਾ ਕੇ ਬੈਠਾ ਕੋਈ ਫਸੇ, ਤੇ ਬਹੁਤਾਤ ਵਿਚਾਰੇ ਭੋਲੇ ਭਾਲੇ ਜੀਵ ਫਸਦੇ ਜਾਂਦੇ ਨੇ, ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ। ਤੋ ਇਸ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਗੱਲ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਇਸੇ ਗੱਲ ਨੂੰ ਖੋਲ੍ਹਣ ਦਾ ਯਤਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ, ਕਿਉਂਕਿ ਜਿਵੇਂ ਅਕਸਰ ਆਪਾਂ ਇਹ ਵਿਚਾਰਦੇ ਹਾਂ ਕਿ ਸ਼ਬਦ ਦਾ ਜਿਹੜਾ ਸੈਂਟਰਲ ਆਈਡੀਆ ਹੈ ਉਹ ਰਹਾਉ ਦੇ ਬੰਦ ਵਿੱਚ ਹੈ, ਬਾਕੀ ਜਿਹੜੇ ਬੰਦ ਨੇ ਉਹਦੀ ਡਿਟੇਲਸ ਨੇ। ਤੇ ਰਹਾਉ ਦਾ ਬੰਦ ਜਿਹੜਾ ਅੱਜ ਦੇ ਪਾਵਨ ਸ਼ਬਦ ਹੈ, ਸਾਹਿਬ ਜੀ ਕਹਿੰਦੇ ਮਨ ਰੇ ਗ੍ਰਹਿ ਹੀ ਮਾਹੇ ਉਦਾਸ। ਹੁਣ ਉਦਾਸ ਸ਼ਬਦ ਬਹੁਤਾਤ ਜਿਹੜਾ ਸਾਡੇ ਸਾਹਮਣੇ ਆਉਂਦਾ ਨਾ, ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਚਾਰਕ ਫੇਰੀਆਂ ਨੂੰ ਅਸੀਂ ਆਮ ਉਦਾਸੀ ਕਹਿ ਦਿੰਦੇ ਹਾਂ, ਉਦਾਸੀਆਂ ਕੀਤੀਆਂ। ਐਕਚੁਅਲੀ ਉਦਾਸੀ ਦਾ ਮਤਲਬ ਹੈ ਮਾਇਆ ਤੋਂ ਨਿਰਲੇਪ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ, ਜਿਹਦੇ ਉੱਪਰ ਮਾਇਆ ਦਾ ਅਸਰ ਨਾ ਹੋਵੇ, ਮਾਇਆ ਦੇ ਪ੍ਰਭਾਵ ਤੋਂ ਜਿਹੜਾ ਆਪਣੇ ਆਪ ਨੂੰ ਅਲੇਪ ਕਰ ਦੇਵੇ, ਨਿਰਲੇਪ ਕਰ ਦੇਵੇ, ਖਿਮਾ ਕਰਨਾ, ਜਿਹੜਾ ਮਾਇਆ ਤੋਂ ਦੂਰ ਹੋ ਜਾਵੇ। ਮਾਇਆ ਕੇਵਲ ਧਨ ਦੌਲਤ ਹੀ ਨਹੀਂ, ਹਰ ਇੱਕ ਚੀਜ਼ ਮੋਹ ਮਾਇਆ ਹੈ ਜੋ ਮਨੁੱਖ ਨੂੰ ਕਮਜ਼ੋਰ ਬਣਾ ਦਿੰਦੀ ਹੈ। ਮੋਹ ਮਾਇਆ ਹੀ ਮਨੁੱਖ ਨੂੰ ਕਮਜ਼ੋਰ ਬਣਾਉਂਦੀ ਹੈ। ਪੁੱਤਰਾਂ ਦਾ ਮੋਹ, ਕੁਰਸੀਆਂ ਦਾ ਮੋਹ, ਅਨੇਕਾਂ ਤਰ੍ਹਾਂ ਦੇ ਨਿੱਕੇ ਨਿੱਕੇ ਸਾਡੇ ਜੀਵਨ ਵਿੱਚ ਮੋਹ ਪਏ ਨੇ, ਜਿਹੜੇ ਕਰਕੇ ਅਸੀਂ ਕਮਜ਼ੋਰ ਹੋਏ ਪਏ ਹਾਂ। ਹੁਣ ਜਦੋਂ ਸਤਿਗੁਰੂ ਗੁਰਦੇਵ ਜੀ ਮਹਾਰਾਜ ਬਹੁਤਾਤ ਜਿਹੜੇ ਉਸ ਸਮੇਂ ਦੇ ਲੋਕ ਸਨ, ਉਹਨਾਂ ਨੇ ਇਸ ਮੋਹ ਮਾਇਆ ਨੂੰ ਛੱਡਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸੋਚਿਆ ਵਿਆਹ ਹੀ ਨਾ ਕਰਾਓ, ਕੀ ਲੋੜ ਪਈ ਹੈ ਘਰ ਵਸਾਉਣ ਦੀ, ਚਲੋ ਜੰਗਲਾਂ ਵਿੱਚ ਚਲੇ ਜਾਓ, ਭੇਖ ਧਾਰ ਲਓ ਉਦਾਸੀਆਂ ਦਾ, ਜੋਗੀਆਂ ਦਾ, ਸਿੱਧਾਂ ਦਾ, ਤੇ ਜਾ ਕੇ ਕਲੰਦਰਾਂ ਵਿੱਚ ਛੁਪ ਜਾਓ, ਕਿਤੇ ਸੰਸਾਰ ਦੇ ਵਿੱਚ ਆਏ ਤੇ ਸੰਸਾਰੀ ਲੋਕਾਂ ਦੀ ਮਾਇਆ ਜਾਲ ਨਾ ਮੋਹ ਲਵੇ। ਉਹਨਾਂ ਨੇ ਆਪਣੇ ਆਪ ਨੂੰ ਸੰਸਾਰ ਤੋਂ ਉਪਰਾਮ ਰੱਖਿਆ, ਉਦਾਸ ਰੱਖ ਲਿਆ, ਤੇ ਉਹ ਸੰਸਾਰ ਤੋਂ ਦੂਰ ਹੋ ਗਏ। ਪਰ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਇਹ ਨਹੀਂ ਹੈ। ਅੱਜ ਮਾਫ ਕਰਨਾ, ਸਾਡੀ ਸਿੱਖ ਕੌਮ ਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਸਤਿਗੁਰੂ ਦੀ ਕਸਵੱਟੀ ਕੀ ਹੈ। ਜੇ ਸਤਿਗੁਰੂ ਗੁਰੂ ਨਾਨਕ ਦੀ ਕਸਵੱਟੀ ਸਮਝ ਆ ਜਾਂਦੀ ਨਾ ਗੁਰਬਾਣੀ ਦੀ, ਤੇ ਆ 13,000 ਡੇਰਿਆਂ ਦੇ ਜਾ ਕੇ ਸਿੱਖ ਘੱਟੋ ਘੱਟ ਨਾ ਮੱਥਾ ਟੇਕਦਾ, ਉਹਨਾਂ ਸਾਧਾਂ ਪਖੰਡੀਆਂ ਦੇ ਪੈਰਾਂ ਵਿੱਚ ਨਾ ਡਿੱਗਦਾ। ਕਾਰਨ ਇਹ ਹੈ ਕਿ ਇਹ ਗੁਰੂ ਨਾਨਕ ਦਾ ਸਮਝ ਨਹੀਂ ਸਕਿਆ ਗੁਰਮਤਿ ਸਿਧਾਂਤ ਨੂੰ। ਸਤਿਗੁਰੂ ਜੀ ਨੇ ਵੇਲੜਾਂ ਮਖਟੂਆਂ ਨੂੰ ਕਦੀ ਵੀ ਪ੍ਰਵਾਨ ਨਹੀਂ ਕੀਤਾ। ਗੁਰਬਾਣੀ ਇਸ ਗੱਲ ਦਾ ਬੜਾ ਪਿਆਰਾ ਹਵਾਲਾ ਦਿੰਦੀ ਹੈ। ਸਤਿਗੁਰੂ ਕਹਿੰਦੇ ਨੇ, ਮਖੱਟੂ ਹੋਏ ਕਿ ਕੰਨ ਪੜਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਏ। ਕਹਿੰਦੇ ਜਿਹੜੇ ਮਖੱਟੂ ਵਿਹਲੜ ਨੇ, ਇਹਨਾਂ ਕੰਨਾਂ 'ਚ ਮੁੰਦਰਾਂ ਪਾ ਕੇ, ਨੱਤੀਆਂ ਪਾ ਕੇ ਰੱਬ ਬਣ ਕੇ ਬਹਿ ਗਏ ਨੇ, ਇਹਨਾਂ ਵਿਹਲੜਾਂ ਪਖੰਡੀਆਂ ਦੇ ਪੈਰਾਂ ਵਿੱਚ ਨਾ ਜਾਇਓ, ਸਿੱਖ ਹੋ ਕੇ ਤੇ ਨਾ ਜਾਇਓ, ਕਿਉਂਕਿ ਇਹਨਾਂ ਨੇ ਤੁਹਾਨੂੰ ਲੁੱਟ ਲੈਣਾ ਜੇ। ਹੁਣ ਸਤਿਗੁਰੂ ਜੀ ਨੇ ਇਹ ਬੜੀ ਬਰੀਕੀ ਨਾਲ ਗੱਲ ਸਮਝਾਈ ਹੈ। ਤੋ ਇਸ ਪਾਵਨ ਸ਼ਬਦ ਵਿੱਚ ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਸਭ ਕਹਿੰਦੇ ਹੇ ਮਨ ਮੇਰੇ, ਗ੍ਰਹਿ ਦਾ ਅਰਥ ਹੈ ਘਰ ਦੇ ਵਿੱਚ ਹੀ, ਬਾਹਰ ਜਾਣ ਦੀ ਲੋੜ ਨਹੀਂ। ਘਰ-ਬਾਰ ਛੱਡਣ ਦੀ ਪਰੰਪਰਾ ਨਹੀਂ ਗੀ ਗੁਰਮਤਿ ਦੀ। ਸਤਿਗੁਰੂ ਕਹਿੰਦੇ ਘਰ ਵਿੱਚ ਰਹਿਣਾ ਹੈ, ਤੇ ਘਰ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀਆਂ, ਫਰਜ਼ਾਂ ਨੂੰ ਨਿਭਾਉਂਦੇ ਆ,
ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਵੀ ਕਰਨਾ। ਹੁਣ ਘਰ ਵਿੱਚ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਫਰਜ਼ ਨਿਭਾਉਣੇ ਨੇ, ਪਰ ਆਪਣੇ ਇਸ ਘਰ ਦੇ ਸਮਾਜ ਨੂੰ ਸਿਰਜਣਾ ਵੀ ਹੈ ਚੰਗੇ ਖਿਆਲਾਂ ਦੇ ਵਿੱਚ। ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ, ਚੰਗੇ ਸੁਭਾਅ ਨੂੰ। ਇਹ ਚੰਗਾ ਸੁਭਾਅ, ਚੰਗਾ ਵਿਚਾਰ ਕਿਹਦੇ ਬਣਨਗੇ? ਜਿਹੜਾ ਹਰ ਵਕਤ ਰੱਬ ਨੂੰ ਹਾਜ਼ਰ ਨਾਜ਼ਰ ਸਮਝੇਗਾ। ਮਨੁੱਖ ਕਦੋਂ ਦੁਰਾਚਾਰ ਕਰਦਾ ਹੈ? ਕਦੋਂ ਈਰਖਾ, ਜਦੋਂ ਰੱਬ ਭੁੱਲਦਾ ਹੈ ਈਰਖਾ ਪੈਦਾ ਹੁੰਦੀ ਹੈ। ਤੇ ਕਿਤੇ ਖਿਆਲ ਕਰਨਾ, ਇੱਕਦਮ ਸਾਡੇ ਮਨ 'ਚ ਕਿਸੇ ਪ੍ਰਤੀ ਜੈਲਸੀ ਆਈ ਆ ਨਾ, ਤੇ ਜੇ ਅਸੀਂ ਬਾਣੀ ਨਾਲ, ਨਿਤਨੇਮ ਤੇ ਗੁਰੂ ਨਾਲ ਜੁੜੇ ਹਾਂ, ਤੇ ਸਾਡੇ ਮਨ 'ਚ ਇਹ ਖਿਆਲ ਜ਼ਰੂਰ ਆਵੇਗਾ, ਛੱਡ ਪਰੇ। ਕਿਉਂਕਿ ਸੁਭਾਵਿਕ ਹੈ, ਬੁਰੇ ਵਿਚਾਰ ਵੀ ਜਨਮ ਲੈਂਦੇ ਨੇ, ਚੰਗੇ ਵੀ ਲੈਂਦੇ ਨੇ। ਪਰ ਜੇ ਸਾਡੇ ਕੋਲ ਗੁਰਬਾਣੀ ਦੀ ਤਾਕਤ ਹੈ, ਸਤਿਗੁਰ ਦੇ ਸਿਧਾਂਤ, ਗੁਰਬਾਣੀ ਦਾ ਪਿਆਰ ਹੈ, ਫਿਰ ਅਸੀਂ ਤੁਰੰਤ ਇਹ ਗੱਲ ਚੇਤੇ ਕਰ ਲਵਾਂਗੇ, ਪ੍ਰਮਾਤਮਾ ਜੀ ਮੇਰੇ ਅੰਗ ਸੰਗ ਹੈ। ਉਹ ਕੀ ਸੋਚਣਗੇ ਵੀ ਇਹ ਸਿੱਖ ਇੰਨਾ ਮੈਲਾ ਹੈ ਕਿ ਇਹ ਈਰਖਾ ਕਰ ਰਿਹਾ ਹੈ। ਤੁਰੰਤ ਉਹ ਈਰਖਾ ਦਾ ਖਿਆਲ ਮੇਰੇ ਜੀਵਨ 'ਚੋਂ ਮਰ ਜਾਵੇਗਾ ਤੇ ਮੇਰਾ ਹਿਰਦਾ ਨਿਰਮਲ ਹੋ ਜਾਵੇਗਾ। ਹੁਣ ਇਹ ਜੀਵਨ ਪ੍ਰੈਕਟਿਸ ਹੈ, ਪ੍ਰੈਕਟੀਕਲ ਹੈ। ਹੁਣ ਘਰ ਵਿੱਚ ਰਹਿ ਕੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਜੀਵਨ ਨੂੰ ਤਰਾਸ਼ਣਾ ਹੈ। ਮਨ ਰੇ ਗ੍ਰਹਿ ਮਾਏ ਉਦਾਸ। ਸਭ ਕਹਿੰਦੇ ਆਪਣੇ ਘਰ ਵਿੱਚ ਹੀ, ਹੇ ਮੇਰੀ ਆਤਮਾ, ਸੰਸਾਰ ਵੱਲੋਂ, ਮਾਇਆ ਦੇ ਮੋਹ ਵੱਲੋਂ ਨਿਰਲੇਪ ਰਿਹਾ ਜਾ ਸਕਦਾ ਹੈ। ਕਿਉਂਕਿ ਮਾਇਆ, ਪਦਾਰਥ ਕਮਜ਼ੋਰੀ ਨਾ ਬਣ। ਦੇਖੋ, ਗੁਜਰਾਨ ਚਾਹੀਦਾ ਹੈ, ਘਰ ਚਾਹੀਦਾ ਹੈ, ਛੱਤ ਚਾਹੀਦੀ ਹੈ, ਨੀਡਸ ਨੇ ਜਿਹੜੀਆਂ ਜ਼ਰੂਰੀ ਨੈਸੈਸਰੀ ਨੀਡਸ ਨੇ, ਚਾਹੀਦੀਆਂ ਨੇ। ਪਰ ਲਾਲਚ ਨਹੀਂ ਚਾਹੀਦਾ, ਲੋਭ ਨਹੀਂ ਚਾਹੀਦਾ, ਸਵਾਰਥ ਨਹੀਂ ਚਾਹੀਦਾ, ਬੇਈਮਾਨੀ ਨਹੀਂ ਚਾਹੀਦੀ, ਠੱਗੀ ਨਹੀਂ ਚਾਹੀਦੀ, ਮਨ ਵਿੱਚ ਵਿਕਾਰ ਨਹੀਂ ਚਾਹੀਦੇ। ਇਹ ਸਭ ਕੁਝ ਸੰਭਵ ਹੈ ਜੇ ਚਿੱਤ ਵਿੱਚ ਗੁਰੂ ਦਾ ਪਿਆਰ ਹੈ। ਫਿਰ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ, ਘਰ ਵੀ ਸਵਰਗ ਬਣ ਜਾਵੇਗਾ। ਉਹ ਘਰ ਜਿੱਥੇ ਬੱਚੇ ਬਹਿਣਗੇ, ਉਹ ਘਰ ਪਵਿੱਤਰ ਹੋ ਜਾਵੇਗਾ। ਤੋ ਸਤਿਗੁਰੂ ਕਹਿੰਦੇ ਨੇ, ਮਾਇਆ ਦੇ ਮੋਹ ਵੱਲੋਂ ਨਿਰਲੇਪ ਰਹਿ। ਭਾਵ ਇਸ ਮਾਇਆ ਦੇ ਲਾਲਚ ਤੋਂ ਦੂਰ ਰਹਿ। ਤ੍ਰਿਸ਼ਨਾ ਦੀ ਅੱਗ ਆਪਣੇ ਜੀਵਨ 'ਚੋਂ ਗੁਰੂ ਦੇ ਦੱਸੇ ਰਸਤੇ 'ਤੇ ਚੱਲ ਕੇ ਬੁਝਾ। ਤੂੰ ਆਪਣੇ ਘਰ ਵਿੱਚ ਰਹਿ, ਘਰ-ਬਾਰ ਛੱਡ ਕੇ ਕਿਉਂ ਤੁਰਿਆ ਫਿਰਦਾ ਹੈ? ਆ ਕੱਖ ਨਹੀਂ ਉਹ ਲੱਭਣਾ ਜੰਗਲਾਂ ਦੇ ਵਿੱਚੋਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਦੀ ਵੀ ਭੋਰਿਆਂ ਦਾ ਸਿਧਾਂਤ ਨਹੀਂ ਪ੍ਰਵਾਨ ਕੀਤਾ, ਨਾ ਗੁਰੂ ਦੇਵ ਜੀ ਨੇ ਘਰੋਂ ਬਾਹਰ ਭਜਾਏ। ਸਭ ਕਹਿੰਦੇ ਮੈਨੂੰ ਨਹੀਂ ਚਾਹੀਦੇ ਐਸੇ। ਮੈਂ ਤੇ ਚਾਹੁੰਦਾ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਨੈ, ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਮੇਰਾ ਸਿੱਖ ਤੇ ਘਰ ਵਿੱਚ ਰਹੂਗਾ, ਘਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ, ਫਰਜ਼ ਨਿਭਾਵੇਗਾ, ਪਰ ਰਵੇਗਾ ਐਵੇਂ ਜਿਵੇਂ ਪਾਣੀ ਦੇ ਵਿੱਚ ਨੌਕਾ ਤੈਰਦੀ, ਆਪਣੇ ਵਿੱਚ ਪਾਣੀ ਨਹੀਂ ਪੈਣ ਦਿੰਦੀ। ਇਵੇਂ ਮੇਰੇ ਸਿੱਖ ਦਾ ਜੀਵਨ ਹੋਵੇਗਾ। ਸੋ ਰਹਾਉ ਦੇ ਬੰਦ ਨੂੰ ਅੱਗੇ ਤੋਰੀਏ। ਸਭ ਕਹਿੰਦੇ ਕਰ ਕੀ ਫਿਰ? ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ ਸੱਚ। ਭਾਵ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਹੁਕਮ ਤੇ ਉਹਦੀ ਰਜ਼ਾ ਵਿੱਚ ਤੁਰਨਾ। ਸੰਜਮ, ਸੰਜਮ ਦਾ ਅਰਥ ਹੈ ਬੜਾ ਵਿਕਾਰਾਂ ਤੋਂ ਆਪਣੇ ਆਪ ਨੂੰ ਪਰਹੇਜ਼ ਰੱਖਣਾ। ਹੁਣ ਸੰਜਮ ਕਿਵੇਂ? ਜੇ ਲੋਭ ਆਇਆ ਤੇ ਮੈਂ ਲੋਭ ਦਾ ਸ਼ਿਕਾਰ ਹੋ ਗਿਆ ਤੇ ਸੰਜਮ ਨਹੀਂ ਹੈ ਜੀਵਨ 'ਚ। ਕਿਉਂਕਿ ਮੈਂ ਲੋਭ ਦੇ ਪਿੱਛੇ ਲੱਗ ਕੇ, ਲੋਭ ਵਾਂਗੂ, ਲੋਭ ਲਾਲਚ ਵਿੱਚ ਆ ਕੇ, ਲੋਭ ਦੇ ਪਿੱਛੇ ਲੱਗ ਕੇ ਮੇਰੇ ਜੀਵਨ ਪ੍ਰਭਾਵਿਤ ਲੋਭ ਤੋਂ ਹੋਇਆ ਹੈ ਤੇ ਮੇਰੇ ਅੰਦਰ ਗੰਦੇ ਵਿਚਾਰ ਤੇ ਮੈਲੇ ਵਿਚਾਰ ਜਨਮ ਲੈਣ ਲੱਗ ਪਏ ਨੇ। ਇਹਦਾ ਮਤਲਬ ਸੰਜਮ ਨਹੀਂ ਹੈ। ਮੇਰੇ ਜੀਵਨ ਵਿੱਚ ਕਾਮ ਉਤੇਜਿਤ ਹੋਇਆ ਹੈ, ਕਾਮ ਨੇ ਮੇਰਾ ਮਨ ਮੈਲਾ ਕੀਤਾ ਹੈ, ਮੇਰੀਆਂ ਅੱਖਾਂ ਮੈਲੀਆਂ ਕੀਤੀਆਂ ਨੇ, ਮੇਰੇ ਅੰਦਰ ਮੈਲੇ ਵਿਚਾਰਾਂ ਨੂੰ ਪੈਦਾ ਕੀਤਾ ਹੈ। ਇਹ ਸੰਜਮ ਨਹੀਂ ਹੈ। ਵਿਕਾਰ ਜੀਵਨ ਵਿੱਚ ਚਾਹੀਦੇ ਨੇ। ਮੈਂ ਇੱਕ ਬੇਨਤੀ ਕਰਾਂ, ਇਹ 5 ਜਿਹੜੇ ਚੀਜ਼ਾਂ ਸਾਡੇ ਨਾਲ ਨੇ ਨਾ, ਬੜੀਆਂ ਜ਼ਰੂਰੀ ਨੇ, ਪਰ ਜਦੋਂ ਹੱਦ ਤੋਂ, ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ, ਸਾਨੂੰ ਇਹ ਦੁਰਾਚਾਰੀ ਬਣਾ ਦਿੰਦੀਆਂ ਨੇ। ਸੰਜਮ ਦੇ ਵਿੱਚ ਚਾਹੀਦੀਆਂ ਨੇ। ਕ੍ਰੋਧ ਸੰਜਮ 'ਚ ਚਾਹੀਦਾ ਹੈ, ਲੋਭ ਸੰਜਮ 'ਚ ਚਾਹੀਦਾ ਹੈ, ਮੋਹ ਸੰਜਮ 'ਚ ਚਾਹੀਦਾ ਹੈ। ਲੋਭ ਦੀ ਬਿਰਤੀ ਸੰਤੋਖ ਵਿੱਚ ਤਬਦੀਲ ਹੋਣੀ ਚਾਹੀਦੀ ਹੈ। ਕ੍ਰੋਧ ਦੀ ਬਿਰਤੀ ਬੀਰ ਰਸ ਵਿੱਚ ਤਬਦੀਲ ਹੋਣੀ ਚਾਹੀਦੀ ਹੈ। ਮੋਹ ਦੀ ਬਿਰਤੀ ਪ੍ਰੇਮ ਦੇ ਵਿੱਚ ਤਬਦੀਲ ਹੋਣੀ ਚਾਹੀਦੀ ਹੈ। ਗੱਲ ਕੀ ਸੰਜਮਤਾ ਵਿੱਚ ਜੀਵਨ ਜਿਉਣਾ ਚਾਹੀਦਾ ਹੈ। ਸੰਜਮ ਹੈ ਜੀਵਨ ਦੇ ਵਿੱਚ ਤੇ ਜ਼ਿੰਦਗੀ ਬੜੀ ਪਿਆਰੀ ਹੈ। ਜਿਤਨੇ ਵੀ ਅੱਜ ਰੋਗ ਨੇ ਮਨੁੱਖ ਦੇ ਤਨ ਤੇ, ਸਾਰੇ ਮਨ ਤੋਂ ਉਪਜੇ ਨੇ। ਮਨ ਰੋਗੀ ਹੈ, ਤਨ ਵੀ ਰੋਗੀ ਹੈ। ਮਨ ਤੋਂ ਵਿਕਾਰਾਂ ਦਾ ਜਨਮ ਹੈ, ਤਨ ਵੀ ਰੋਗੀ ਹੋ ਰਿਹਾ ਹੈ। ਤੋ ਸਭ ਕਹਿੰਦੇ ਸੱਚ ਸੰਜਮ ਕਰਨੀ ਜੋ ਕਰੇ। ਕਹਿੰਦੇ ਜੋ ਗੁਰੂ ਦੇ ਦੱਸੇ ਉਦੇਸ਼ਾਂ ਦੇ ਦੁਆਰਾ
ਸਤਿਗੁਰ ਦੀ ਦੱਸੀ ਹੁਕਮ ਦੇ ਦੁਆਰਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਜੀਵਨ 'ਚ ਵਸਾ ਕੇ ਕੀ ਕਰੇ, ਆਪਣੇ ਮਨ ਨੂੰ ਸੱਚਾਈ ਵੱਲ ਤੋਰੇ ਤੇ ਆਪਣੇ ਮਨ ਨੂੰ ਸੰਜਮ ਤੇ ਕੰਟਰੋਲ ਦੇ ਵਿੱਚ ਰੱਖੇ। ਤੇ ਹੋਰ ਕੀ ਕਰੇ, ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ। ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਧੰਨ ਗੁਰੂ ਬਾਣੀ ਦੇ ਉਪਦੇਸ਼ ਜੀਵਨ ਵਿੱਚ ਵਸ ਜਾਣ, ਜੋ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇ, ਆਪਣੇ ਆਪ ਨੂੰ ਸਮਰਪਣ ਕਰ ਦੇਵੇ ਤੇ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਟਿਕ ਜਾਵੇ ਤੇ ਆਪਣੇ ਮਨ ਨੂੰ ਵਿਕਾਰਾਂ ਤੋਂ ਸੰਕੋਚ ਕੇ ਰੱਖੇ, ਫਿਰ ਐਸੇ ਮਨੁੱਖ ਦੇ ਅੰਦਰ ਨਿਰਮਲ ਸੁਭਾਅ, ਨਿਰਮਲ ਪਿਆਰ ਉਹਦੇ ਹਿਰਦੇ ਵਿੱਚ ਬਣਨ ਲੱਗ ਪੈਂਦਾ ਹੈ। ਉਹਦੀ ਕਰਨੀ, ਉਹਦਾ ਜੀਵਨ ਨਿਰਮਲ ਹੋਣ ਲੱਗ ਪੈਂਦਾ ਹੈ। ਉਹ ਸੁੱਚਮਤਾ ਤੇ ਪਵਿੱਤਰਤਾ ਦਾ ਧਾਰਨੀ ਹੋ ਜਾਂਦਾ ਹੈ। ਗੱਲ ਕਿ ਉਹਦੇ ਅੰਦਰ ਚੰਗੇ ਖਿਆਲ, ਚੰਗੇ ਵਿਚਾਰ ਪੈਦਾ ਹੋਣ ਲੱਗ ਪੈਂਦੇ ਨੇ। ਫਿਰ ਉਹਦਾ ਇਹ ਹਿਰਦਾ ਘਰ ਹਰਮੰਦਰ ਬਣ ਜਾਂਦਾ ਹੈ। ਹਿਰਦਾ ਘਰ ਪ੍ਰਮਾਤਮਾ ਦਾ ਘਰ ਬਣ ਜਾਂਦਾ ਹੈ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਬਹੁ ਭੇਖ ਕਰ ਭਰਮਾਈ ਐ, ਮਨ ਹਿਰਦੈ ਕਪਟ ਕਮਾਏ। ਹੁਣ ਰਹਾਓ ਦੀ ਪੰਕਤੀ ਵਿੱਚ ਸਬਜੈਕਟ ਦਿੱਤਾ ਹੈ, ਕੀ ਕਰਨਾ ਹੈ ਤੂੰ, ਘਰ ਵਿੱਚ ਰਹਿਣਾ ਹੈ, ਘਰੋਂ ਬਾਹਰ ਜਾਣ ਦੀ ਤੈਨੂੰ ਕੋਈ ਲੋੜ ਨਹੀਂ, ਉਦਾਸੀਆਂ ਬਣਨ ਦੀ ਲੋੜ ਨਹੀਂ, ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਘਰ ਵਿੱਚ ਰਹਿ ਕੇ ਆਪਣੇ ਮਨ ਨੂੰ ਸੰਜਮ ਵਿੱਚ ਰੱਖਣਾ ਹੈ, ਵਿਕਾਰਾਂ ਤੋਂ ਸੰਕੋਚ ਕੇ ਰੱਖਣਾ ਹੈ, ਅਕਾਲ ਪੁਰਖ ਦੀ ਰਜ਼ਾ ਤੇ ਭਾਣੇ ਨੂੰ ਮੰਨਣਾ ਹੈ। ਤੀਸਰੀ ਗੱਲ, ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਨੀ ਹੈ। ਆਪਣੇ ਜੀਵਨ ਨੂੰ ਸੱਚ ਦੇ ਰਸਤੇ ਤੇ ਤੋਰਨਾ ਹੈ, ਹਿਰਦਾ ਘਰ ਤੇਰਾ ਨਿਰਮਲ ਹੋ ਜਾਵੇਗਾ। ਹੁਣ ਇਹ ਰਹਾਓ ਦੇ ਬੰਦ ਹੈ। ਹੁਣ ਕਰ ਕੀ ਰਿਹਾ ਹੈ ਮਨੁੱਖ? ਹੁਣ ਇਹਦੀ ਗੱਲ ਪਹਿਲੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ ਤੋਰਦੇ ਨੇ। ਕਹਿੰਦੇ, ਬਹੁ ਭੇਖ ਕਰ ਭਰਮਾਈ ਹੈ, ਮਨ ਹਿਰਦੈ ਕਪਟ ਕਮਾਏ। ਕਹਿੰਦੇ ਮਨੁੱਖ ਕਰਦਾ ਕੀ ਪਿਆ ਹੈ? ਬੜੇ ਭੇਖ ਇਹਨੇ ਬਾਹਰ ਦੇ ਧਾਰਨ ਕੀਤੇ ਨੇ, ਧਾਰਮਿਕ ਪਹਿਰਾਵੇ ਬਾਹਰ ਦੇ ਬੜੇ ਵਧੀਆ ਵਧੀਆ ਪਹਿਨੇ ਹੋਏ ਨੇ। ਹੁਣ ਮੈਂ ਇੱਥੇ ਗੱਲ ਨਹੀਂ ਕਰਨਾ ਚਾਹੁੰਦਾ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਵੀ ਕਿਹੋ ਜਿਹੇ ਭੇਖ ਅੱਜ ਸਿੱਖਾਂ ਦੇ ਵਿੱਚ ਵੀ ਆ। ਅੱਜ ਸਿੱਖਾਂ ਦੇ ਵਿੱਚ ਵੀ ਵੱਖ-ਵੱਖ ਕੈਟਾਗਰੀਆਂ ਬਣ ਗਈਆਂ ਨੇ। ਇਹ ਲੰਬੇ ਚੋਲੇ ਵਾਲਾ ਹੈ, ਇਸ ਮੈਂ ਚੋਲੇ ਦੀ ਮਾਫ ਕਰਿਓ ਨਾ, ਮੈਂ ਕਿਸੇ ਚੋਲੇ ਦੀ ਗੱਲ ਕਰ ਰਿਹਾ, ਪਰ ਜਿਨ੍ਹਾਂ ਨੇ ਚੋਲੇ ਪਾ ਕੇ ਚੋਲਿਆਂ ਨੂੰ ਬਦਨਾਮ ਕੀਤਾ, ਮੈਂ ਉਹਨਾਂ ਦੀ ਜ਼ਰੂਰ ਗੱਲ ਕਰ ਰਿਹਾ। ਜਿਨ੍ਹਾਂ ਨੇ ਧਰਮ ਦਾ ਬਾਣਾ ਪਾ ਕੇ ਧਰਮ ਦਾ ਵਿਨਾਸ਼ ਕੀਤਾ ਹੈ, ਮੈਂ ਉਹਨਾਂ ਦੀ ਇੱਥੇ ਜ਼ਰੂਰ ਗੱਲ ਕਰੂੰਗਾ, ਬਿਲਕੁਲ ਬਿਨਾਂ ਕਿਸੇ ਗੁਰੇਜ਼ ਤੋਂ ਗੱਲ ਕਰੂੰਗਾ, ਜਿਨ੍ਹਾਂ ਨੇ ਧਰਮ ਦੇ ਬਾਣੇ ਨੂੰ ਨੁਕਸਾਨ ਪਹੁੰਚਾਇਆ ਹੈ। ਤੋ ਸਤਿਗੁਰੂ ਗੁਰਦੇਵ ਕਹਿੰਦੇ, ਬਹੁ ਭੇਖ ਕਰ ਭਰਮਾਈ ਹੈ, ਮਨ ਹਿਰਦੈ ਕਪਟ ਕਮਾਏ। ਸੱਚ ਜਾਣਿਓ ਇਹ ਹਾਲਾਤ ਆ। ਸਭ ਕਹਿੰਦੇ ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ ਦੂਜਿਆਂ ਨੂੰ ਠੱਗਣ ਦੇ ਲਈ ਆਪਣੇ ਮਨ ਵਿੱਚ, ਹਿਰਦੇ ਦੇ ਵਿੱਚ ਖੋਟ ਕਮਾ ਕੇ, ਜੇ ਤੂੰ ਸੋਚਦਾ ਵੀ ਤੂੰ ਦੂਜਿਆਂ ਨੂੰ ਠੱਗ ਰਿਹਾ ਹੈ, ਸਭ ਕਹਿੰਦੇ ਤੂੰ ਆਪ ਹੀ ਭਟਕਣਾ ਦੇ ਵਿੱਚ ਪਿਆ ਹੋਇਆ ਹੈ। ਬਾਹਰ ਦੇ ਭੇਖ ਤੂੰ ਹੰਸਾਂ ਵਾਲਾ ਬਣਾਇਆ ਹੈ। ਤਾਂ ਹੀ ਤੇ ਸਤਿਗੁਰੂ ਜੀ ਨੇ ਕਿਹਾ ਨਾ, ਕਹਿੰਦੇ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ। ਸੱਚ ਨਹੀਂ ਗਏ ਕਿਤੇ ਵਿਚਾਰਿਓ, ਇਹ ਗੱਲ ਸੱਚੀ ਨਹੀਂ। ਅੱਜ ਬਾਹਰ ਦੇ ਭੇਖ ਜਿਨ੍ਹਾਂ ਦੇ ਧਰਮੀ ਵਾਲੇ ਨੇ, ਅੰਦਰ ਮਨ ਕਿੰਨਾ ਕਠੋਰ ਹੈ। ਆ ਬਰਮਾ ਦੇਵਤਾ ਦਾ ਸੁਭਾਅ, ਇਹ ਤੇ ਪ੍ਰਮਾਤਮਾ ਦਾ ਸੁਭਾਅ ਨਹੀਂ ਹੈ। ਇਹੀ ਧਰਮ ਦੀਆਂ ਵੰਡੀਆਂ, ਪ੍ਰਮਾਤਮਾ ਨੇ ਕੋਈ ਧਰਮ ਨਹੀਂ ਬਣਾਇਆ। ਇੱਕ ਗੱਲ ਚੇਤੇ ਰੱਖਿਓ, ਮੇਰੀ ਗੱਲ ਲੱਗੇ ਚੰਗੀ ਲੱਗੇ ਮਾੜੀ, ਪ੍ਰਮਾਤਮਾ ਨੇ ਕੋਈ ਧਰਮ ਨਹੀਂ ਬਣਾਇਆ। ਪ੍ਰਮਾਤਮਾ ਨੇ ਇੱਕੋ ਧਰਮ ਬਣਾਇਆ ਹੈ, ਇਨਸਾਨੀਅਤ। ਸਰਬ ਏਕੋ ਧਰਮ ਦ੍ਰਿੜੈ ਸੱਚ ਕੋਇ। ਸਤਿਗੁਰੂ ਕਹਿੰਦੇ ਉਹ ਇੱਕ ਹੀ ਧਰਮ ਹੈ ਸੱਚ ਦਾ। ਆ ਬਾਕੀ ਤੇ ਤੁਸੀਂ ਆਪ ਬਣਾ ਕੇ ਬੈਠੇ ਆ। ਕਿਸੇ ਨੇ ਭੰਗਵੇਂ ਪਾ ਲਏ ਜੀ ਮੇਰਾ ਆਹ ਧਰਮ ਆ, ਕਿਸੇ ਨੇ ਚਿੱਟੇ ਪਾ ਲਏ ਕਹਿੰਦਾ ਮੇਰਾ ਆਹ ਧਰਮ ਆ, ਕਿਸੇ ਨੇ ਨੀਲਾ ਪਾ ਲਿਆ, ਕਿਸੇ ਨੇ ਲੰਬਾ ਪਾ ਲਿਆ, ਕਿਸੇ ਨੇ ਛੋਟਾ ਪਾ ਲਿਆ, ਕੋਈ ਨੰਗਾ ਰਹਿ ਗਿਆ, ਕਿਸੇ ਨੇ ਪੋਤੜਾ ਬੰਨ ਲਿਆ, ਕਿਸੇ ਨੇ ਲੰਗੋਟ ਬੰਨ ਲਿਆ, ਕਿਸੇ ਨੇ ਕੁਝ ਪਾ ਲਿਆ। ਇਹ ਤੇ ਅਸੀਂ ਪਹਿਰਾਵੇ ਬਣਾ ਲਏ ਆ, ਗੁਰੂ ਨੇ ਤੇ ਨਹੀਂ ਬਣਾਏ। ਪ੍ਰਮਾਤਮਾ ਨੇ ਤੇ ਇਹੋ ਜਿਹਾ ਪਹਿਰਾਵਾ, ਪ੍ਰਮਾਤਮਾ ਨੇ ਤੇ ਮਨੁੱਖ ਨੂੰ ਆਖਿਆ ਭਾਈ ਤੂੰ ਤਨ ਢੱਕਣਾ ਹੈ, ਤਨ ਢੱਕਣ ਵਾਸਤੇ ਕੱਪੜਾ ਦਿੱਤਾ ਹੈ। ਅਸੀਂ ਕੱਪੜਿਆਂ ਦੇ ਲਿਬਾਸ ਬਣਾ ਲਏ ਨੇ, ਆਈਡੀਆ ਬਣਾ ਲਈਆਂ ਨੇ ਵੀ ਆਹ ਧਰਮ, ਆਹ ਫਲਾਣੇ ਧਰਮ ਦਾ ਮਨੁੱਖ ਆ, ਇਹਨੇ ਆਹ ਲੰਬਾ ਚੌੜਾ ਪਾਇਆ, ਆਹ ਇਹਨੇ ਲੰਬਾ ਸਾਰਾ ਜਿਹੜਾ ਮੂੰਹ ਢੱਕਿਆ ਜਾਂ ਸਿਰ ਉੱਤੇ ਆਪਣੇ ਕੱਪੜਾ ਬੰਨਿਆ, ਇਹ ਫਲਾਣੇ ਧਰਮ ਦਾ ਹੈ। ਇਹਨੇ ਭੰਗਵੇਂ ਪਾਏ ਨੇ, ਪਿੰਡਾ ਨੰਗਾ ਕੀਤਾ ਹੈ, ਇਹ ਫਲਾਣੇ ਧਰਮ ਦਾ ਹੈ। ਇਹ ਅਸੀਂ ਪਾ ਕੇ ਬੈਠੇ ਹਾਂ।
ਆਪਣੇ ਅੰਦਰ ਪੁੱਛ ਕੇ ਵੇਖੋ, ਖੂਨ ਤੇ ਉਹੀ ਹੈ ਨਾ ਸਭ ਕੁਝ। ਸਤਿਗੁਰੂ ਕਹਿੰਦੇ ਕਰ ਕੀ ਰਿਹਾ ਤੂੰ, ਬਹੁ ਭੇਖ ਕਰ ਭਰਮਾਈਐ। ਆ ਜਿਹੜੇ ਬਾਹਰ ਦੇ ਭੇਖ ਪਾ ਕੇ ਤੂੰ ਇਹ ਸੋਚਦਾ ਪਿਆ ਕਿ ਤੂੰ ਲੋਕਾਂ ਨੂੰ ਭਰਮਾ ਰਿਹਾ ਵਾ, ਤੂੰ ਹਿਰਦੇ ਲੋਕਾਂ ਨੂੰ ਜਿਹੜਾ ਸੋਚ ਰਿਹਾ ਕਿ ਤੂੰ ਲੋਕਾਂ ਨੂੰ ਫਸਾ ਰਿਹਾ ਵਾ। ਨਹੀਂ, ਮਨ ਹਿਰਦੈ ਕਪਟ ਕਮਾਏ। ਤੇਰਾ ਮਨ ਹਿਰਦੇ ਦੇ ਵਿੱਚ ਕਪਟ ਭਰਿਆ ਪਿਆ ਹੈ, ਬੇਈਮਾਨੀ ਭਰੀ ਪਈ ਹੈ, ਜਿਸ ਕਰਕੇ ਤੂੰ ਖੋਟੇ ਕੰਮ ਕਰ ਰਿਹਾ ਹੈ। ਇਹ ਮਤ ਸੋਚ ਕਿ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਤੂੰ ਆਪਣੇ ਹੱਥੀਂ ਆਪਣਾ ਮੰਦਾ ਜੀਵਨ ਬੀਜ ਰਿਹਾ ਹੈ, ਜਿਹਦਾ ਰਿਜ਼ਲਟ ਤੈਨੂੰ ਭੋਗਣਾ ਪਊਗਾ। ਤੋ ਸਤਿਗੁਰੂ ਜੀ ਅਗਲੀ ਗੱਲ ਕਰ ਰਹੇ, ਹਰ ਕਾ ਮਹਿਲ ਨਾ ਪਾਵਈ ਮਰ ਵਿਸ਼ਟਾ ਮਾਹੇ ਸਮਾਏ। ਦੇਖੋ ਕਿੰਨੇ ਕਰੜੇ ਬੋਲ ਸੱਚੇ ਪਾਤਸ਼ਾਹ ਕਹਿ ਰਹੇ, ਸਮਝਾਉਣ ਦੀ ਖਾਤਰ ਝਿੜਕ ਰਹੇ ਨੇ, ਸਾਨੂੰ ਸਮਝਾ ਰਹੇ ਨੇ ਵੀ ਕਿਤੇ ਸਾਡੀ ਗੱਲ ਪਕੜ 'ਚ ਆ ਜਾਵੇ। ਕਹਿੰਦੇ ਚੇਤਾ ਰੱਖੀ, ਇੱਕ ਗੱਲ ਚੇਤੇ ਰੱਖੀ, ਬਾਹਰ ਦਾ ਭੇਖ ਬਣਾ ਕੇ ਲੋਕਾਂ ਨੂੰ ਤੇ ਤੂੰ ਗੁੰਮਰਾਹ ਕਰ ਸਕਦਾ। ਆ ਜਿਹੜੀ ਬੇਈਮਾਨੀ ਕਰ ਰਿਹਾ, ਠੱਗੀਆਂ ਮਾਰ ਰਿਹਾ, ਲੋਕੀ ਤੇ ਤੇਰੇ ਪਿੱਛੇ ਲੱਗ ਸਕਦੇ ਨੇ, ਪਰ ਉਹ ਪ੍ਰਮਾਤਮਾ ਨਹੀਂ। ਹਰ ਕਾ ਮਹਿਲ ਨਾ ਪਾਵਈ, ਮਹਿਲ ਦਾ ਅਰਥ ਹੈ ਟਿਕਾਣਾ, ਪ੍ਰਮਾਤਮਾ ਦਾ ਘਰ। ਪਾਵਈ ਦਾ ਅਰਥ ਹੈ ਪਾਵੈ, ਪ੍ਰਾਪਤ ਕਰਦਾ, ਲੱਭ ਲੈਂਦਾ ਹੈ। ਮਰ ਆਤਮਿਕ ਮੌਤ, ਮਰ ਕੇ ਆਤਮਿਕ ਮੌਤ ਸਹੇੜ ਕੇ, ਵਿਸ਼ਟਾ ਮਾਹੇ ਗੰਦ ਵਿੱਚ, ਵਿਕਾਰਾਂ ਦੇ ਗੰਦ ਵਿੱਚ। ਤੋ ਸਾਹਿਬ ਕਹਿੰਦੇ ਜਿਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ, ਉਹ ਪਰਮਾਤਮਾ ਵਾਹਿਗੁਰੂ ਦੀ ਹਾਜ਼ਰੀ ਤੇ ਨਹੀਂ ਪ੍ਰਵਾਨ ਕਰ ਸਕਦਾ। ਉਹ ਸਗੋਂ ਨਿਤ ਆਪਣੀ ਆਤਮਿਕ ਮੌਤ ਸਹੇੜ ਰਿਹਾ ਹੈ। ਤੁਹਾਡਾ ਹੇ ਮੇਰੇ ਮਨ, ਗ੍ਰਸਤ ਵਿੱਚ ਰਹਿ ਕੇ ਹੀ ਮਾਇਆ ਦੇ ਮੋਹ ਵੱਲੋਂ, ਵਿਕਾਰਾਂ ਵੱਲੋਂ ਉਪਰਾਮ ਰਿਹਾ ਜਾ ਸਕਦਾ ਹੈ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ਼। ਗੁਰਾਂ ਦੇ ਉਦੇਸ਼ ਦੇ ਉੱਪਰ ਚੱਲ ਕੇ ਜੇ ਤੂੰ ਆਪਣੇ ਜੀਵਨ ਵਿੱਚ ਸਚਾਈ ਨੂੰ ਟਿਕਾਵੇਂ ਤੇ ਸਿੱਧੇ ਰਸਤੇ ਨੂੰ ਅਪਣਾਵੇਂ, ਗੁਰੂ ਦੇ ਉਪਦੇਸ਼ ਨੂੰ ਕਮਾਵੇਂ, ਮਨ ਨੂੰ ਵਿਕਾਰਾਂ ਤੋਂ ਸੰਕੋਚ ਕੇ ਰੱਖੇਂ ਤੇ ਨਿਰਮਲ ਸੁਭਾਅ ਨੂੰ ਜੀਵਨ 'ਚ ਧਾਰਨ ਕਰੇ, ਚੰਗੇ ਕੰਮ ਕਰੇ, ਚੰਗਾ ਜੀਵਨ ਬਣਾਵੇਂ, ਤੇ ਤੂੰ ਜ਼ਰੂਰ ਸਫਲ ਹੋ ਸਕਦਾ ਹੈ। ਅਗਲਾ ਬੰਦ ਹੈ, ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੇ ਮੈਂ ਪਾਏ। ਸ਼ਬਦ ਦੱਦੇ ਨੂੰ ਸਿਹਾਰੀ ਹੈ, ਸ਼ਬਦ ਦੇ ਰਾਹੀਂ। ਗਤ ਦਾ ਅਰਥ ਹੈ ਉੱਚੀ ਆਤਮਿਕ ਅਵਸਥਾ, ਚੜ੍ਹਦੀ ਕਲਾ। ਮੁਕਤ ਤੱਤੇ ਨੂੰ ਸਿਹਾਰੀ ਹੈ, ਵਿਕਾਰਾਂ ਤੋਂ ਖਲਾਸੀ। ਘਰੈ, ਘਰ ਹੀ ਵਿੱਚ, ਘਰੈ ਮਾਹੇ, ਘਰ ਹੀ ਵਿੱਚ। ਤੋ ਸਾਹਿਬ ਕਹਿੰਦੇ ਜਿਸ ਮਨੁੱਖ ਨੇ, ਕਹਿੰਦੇ ਨੇ ਗੁਰ ਕੈ ਸ਼ਬਦ ਮਨ ਜੀਤਿਆ, ਕਹਿੰਦੇ ਜਿਸ ਮਨੁੱਖ ਨੇ ਗੁਰੂ ਜੀ ਦੇ ਸ਼ਬਦ ਦੇ ਉਪਦੇਸ਼ਾਂ ਦੇ ਨਾਲ ਚੱਲ ਕੇ ਆਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਲਈ, ਗਤ ਮੁਕਤ ਘਰੇ ਮੈਂ ਪਾਏ। ਕਹਿੰਦੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ, ਉਹ ਗ੍ਰਸਤ ਵਿੱਚ ਰਹਿੰਦਿਆਂ ਹੀ ਉੱਚੀ ਤੇ ਆਤਮਿਕ ਚੜ੍ਹਦੀ ਕਲਾ ਵਾਲੀ ਅਵਸਥਾ ਦਾ ਧਾਰਨੀ ਬਣ ਜਾਂਦਾ ਹੈ ਤੇ ਵਿਕਾਰਾਂ ਵੱਲੋਂ ਉਹਦਾ ਜੀਵਨ ਮੁਕਤ ਹੋ ਜਾਂਦਾ ਹੈ। ਹਰ ਕਾ ਨਾਮ ਧਿਆਈਐ, ਸਤ ਸੰਗਤ ਮੇਲ ਮਿਲਾਏ। ਕਹਿੰਦੇ ਇਸ ਵਾਸਤੇ ਫਿਰ ਹੇ ਮੇਰੇ ਮਨ, ਸਤਿਗੁਰੂ ਕੀ ਪਾਵਨ ਸੰਗਤ ਵਿੱਚ ਸੰਗਤ ਵਿੱਚ ਬਿਹਾ ਕਰ। ਸਤਿਗੁਰੂ ਦੇ ਨਾਲ ਗੱਲਾਂ ਕਰਿਆ ਕਰ, ਗੁਰੂ ਸ਼ਬਦ ਦੀ ਵਿਚਾਰ ਕਰਿਆ ਕਰ, ਗੁਰੂ ਸ਼ਬਦ ਨੂੰ ਜੀਵਨ ਵਿੱਚ ਵਸਾ, ਕਿਉਂਕਿ ਗੁਰੂ ਸ਼ਬਦ ਨੂੰ ਹੀ ਜੀਵਨ ਵਿੱਚ ਵਸਾਇਆ, ਗੁਰੂ ਸ਼ਬਦ ਤੇ ਤੁਰਿਆ ਹੀ ਪਰਿਪੂਰਨ ਪ੍ਰਮਾਤਮਾ ਨਾਲ ਸਾਂਝ ਬਣ ਸਕਦੀ ਹੈ, ਉਹਦੇ ਨਾਲ ਜੀਵਨ ਜੁੜ ਸਕਦਾ ਹੈ। ਹੁਣ ਅਗਲਾ ਬੰਦ ਹੈ ਤੀਸਰਾ। ਹੁਣ ਅਗਲਾ ਜੇ ਲੋਕਾਂ ਦਾ ਉਹ ਹੈ, ਹਰ ਮਨੁੱਖ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਖਾਉਣ ਵਾਲੇ, ਜਿਹੜੇ ਕਾਮ ਵਾਸ਼ਨਾ ਵਿੱਚ ਭਿੱਜ ਕੇ ਪਤਾ ਨਹੀਂ ਕਿਤਨੀਆਂ ਦੇਵਦਾਸੀਆਂ ਦੇ ਨਾਲ ਤੁਰੇ ਫਿਰਦੇ ਸਨ, ਉਹਨਾਂ ਦੀ ਬਾਤ ਸਤਿਗੁਰੂ ਜੀ ਨੇ ਕੀਤੀ ਹੈ। ਕਹਿੰਦੇ ਜੇ ਲੱਖ ਇਸਤਰੀਆਂ ਭੋਗ ਕਰੈ, ਨਵਖੰਡ ਰਾਜ ਕਮਾਏ। ਕਹਿੰਦੇ ਜੇ ਤੂੰ ਕਾਮ ਦੇ ਪਿੱਛੇ ਲੱਗ ਕੇ ਬੁਰੀ ਬਿਰਤੀ ਦਾ ਧਾਰਨੀ ਬਣ ਜਾਵੇਂ, ਵਿਵਚਾਰ ਕਰੇ, ਰੋਜ਼ਾਨਾ ਕਾਮ ਵਾਸ਼ਨਾ ਦੇ ਵਿੱਚ ਪੈ ਕੇ ਗਲਤ ਰਸਤੇ ਤੇ ਤੁਰੇ, ਔਰਤਾਂ ਨੂੰ ਬਦ ਨਿਗਾਹ ਦੇ ਨਾਲ, ਮੈੜੀ ਨਿਗਾਹ ਨਾਲ ਦੇਖੇ, ਚੇਤਾ ਰੱਖੀ, ਤੇ ਭਾਵੇਂ ਤੂੰ ਦੁਨੀਆ ਦਾ ਵੱਡਾ ਰਾਜਾ ਬਣ ਜਾਵੇਂ, ਨਵਖੰਡ ਰਾਜ ਕਮਾਵੇਂ, ਤੇਰਾ ਰਾਜ 9 ਖੰਡਾਂ ਤੱਕ, ਭਾਵ ਦੁਨੀਆ ਦੇ ਕੋਨੇ-ਕੋਨੇ ਤੱਕ ਭਾਵੇਂ ਚੱਲਦਾ ਹੋਵੇ। ਬਿਨ ਸਤਿਗੁਰੂ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਚੇਤਾ ਰੱਖੀ, ਸੱਚੇ ਗੁਰੂ ਦੇ ਗਿਆਨ ਤੋਂ ਬਿਨਾਂ, ਸਤਿਗੁਰੂ ਦੇ ਬਾਣੀ ਦੇ ਉਪਦੇਸ਼ਾਂ ਤੋਂ ਬਿਨਾਂ
ਤੈਨੂੰ ਆਤਮਿਕ ਸੁੱਖ ਕਦੀ ਵੀ ਨਹੀਂ ਮਿਲ ਸਕਦਾ। ਬਾਰ-ਬਾਰ ਤੇਰਾ ਜੀਵਨ ਐਸਾ ਹੋਵੇਗਾ, ਨਿਤ ਤੂੰ ਸਵੇਰ ਤੋਂ ਲੈ ਕੇ ਪਤਾ ਨਹੀਂ ਕਿੰਨੀ ਵਾਰੀ ਜਨਮੇਗਾ, ਕਿੰਨੀ ਵਾਰੀ ਮਰੇਗਾ। ਵਿਕਾਰੀ ਮਨੁੱਖ ਦੀ ਤੇ ਇਹੀ ਹਾਲਤ ਹੈ ਨਾ, ਪਤਾ ਨਹੀਂ ਕਿੰਨੀ ਵਾਰੀ ਉਹ ਜਨਮ ਲੈਂਦਾ ਹੈ, ਸੋਚਾਂ ਵਿਚਾਰਾਂ ਦੇ ਵਿੱਚ, ਵਿਕਾਰਾਂ 'ਚ ਕਿੰਨੀ ਵਾਰੀ ਮਰਦਾ ਹੈ। ਆਤਮਿਕ ਮੌਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਮਰਿਆ ਰਹਿੰਦਾ ਹੈ। ਸਤਿਗੁਰੂ ਕਹਿੰਦੇ ਪਤਾ ਨਹੀਂ ਕਿੰਨੀਆਂ ਜਾਨਵਰਾਂ ਦੀਆਂ ਜੋਨਾਂ ਤੇ ਤੂੰ ਭਟਕ ਰਿਹਾ ਹੈ, ਜਿਉਂਦਾ ਜਾਗਦਾ ਹੀ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿਤ ਲਾਏ। ਕਹਿੰਦੇ ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਗੁਰੂ ਦਿਆਂ ਸਿੱਖਾਂ ਨੇ ਸਤਿਗੁਰੂ ਗੁਰੂ ਸ਼ਬਦ ਦੇ ਸ਼ਰਨ, ਗੁਰੂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ, ਸ਼ਰਨ ਵਿੱਚ ਆ ਕੇ ਮਤਲਬ ਗੁਰਬਾਣੀ ਗੁਰੂ ਸ਼ਬਦ ਨੂੰ ਜੀਵਨ ਵਿੱਚ ਵਸਾ ਕੇ, ਗੁਰੂ ਜੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਢਾਲ ਕੇ, ਜਿਹੜਾ ਆਪਣਾ ਚਿੱਤ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਜੋੜਦੇ ਹਨ, ਉਹਦੀ ਰਜ਼ਾ ਤੇ ਭਾਣੇ ਵਿੱਚ ਰਹਿੰਦੇ ਹਨ। ਮਨ ਨੂੰ ਉਹਨਾਂ ਨੇ ਆਪਣੇ ਗਲੇ ਵਿੱਚ ਸਦਾ ਵਾਸਤੇ ਪ੍ਰਮਾਤਮਾ ਦੇ ਪਿਆਰ ਦਾ ਹਾਰ ਪਹਿਨ ਕੇ ਪਰੋਰਿਆ ਹੈ। ਉਹਨਾਂ ਦਾ ਮਨ ਹੁਣ ਹਰ ਵਕਤ ਪਰਿਪੂਰਨ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਹੀ ਜੁੜਦਾ ਹੈ। ਤਿੰਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਕਹਿੰਦੇ ਮਨ ਨੂੰ ਐਸੀਆਂ ਗੁਰੂ ਕੀਆਂ ਸਿੱਖਾਂ ਦੇ ਪਿੱਛੇ, ਜਿਨ੍ਹਾਂ ਨੇ ਆਪਣੇ ਜੀਵਨ ਦੀ ਘਾੜਤ ਸੱਚ ਦੇ ਰਸਤੇ ਤੇ ਘੜ ਲਈ ਹੈ, ਆਪਣੇ ਜੀਵਨ ਨੂੰ ਵਿਕਾਰਾਂ ਤੋਂ ਰੋਕ ਲਿਆ ਹੈ, ਮਾਇਆਵੀ ਪਦਾਰਥਾਂ ਦੀ ਭੁੱਖ ਤੋਂ ਮਨ ਬਚਾ ਲਿਆ ਹੈ, ਜਿਹੜੇ ਫਿਰ ਆਪਣੀ ਜ਼ਮੀਰ ਨੂੰ ਉੱਚਾ ਕਰਕੇ ਲੈ ਤੁਰੇ ਨੇ। ਕਹਿੰਦੇ ਉਹਨਾਂ ਦੇ ਪਿੱਛੇ ਤੇ ਪਤਾ ਨਹੀਂ ਕਿੰਨੀਆਂ ਰਿੱਧੀਆਂ ਸਿੱਧੀਆਂ ਤੁਰੀਆਂ ਫਿਰਦੀਆਂ ਨੇ, ਪਰ ਉਹ ਗੁਰੂ ਕੇ ਸਿੱਖ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਹਨ। ਉਹਨਾਂ ਵਾਸਤੇ ਰਿੱਧੀਆਂ ਸਿੱਧੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਐਸੇ ਗੁਰੂ ਦੇ ਸਿੱਖ ਤੇ ਉਹਨਾਂ ਨੂੰ ਠੋਕਰਾਂ ਮਾਰਦੇ ਹਨ। ਉਹਨਾਂ ਵਾਸਤੇ ਇੱਕ ਤਿਲ ਜਿੰਨੀ ਵੀ ਇਹਨਾਂ ਦੀ ਲੋੜ ਨਹੀਂ, ਕਿਉਂਕਿ ਉਹ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਉਪਦੇਸ਼ਾਂ 'ਚ ਰਹਿ ਕੇ ਹੀ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ। ਆਖਰੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ, ਜੋ ਪ੍ਰਭ ਭਾਵੈ ਸੋ ਥੀਐ, ਅਵਰ ਨ ਕਰਨਾ ਜਾਏ। ਪਰ ਸਾਹਿਬ ਕਹਿੰਦੇ ਜਿਹੜੇ ਮਨੁੱਖ ਜੋ ਪ੍ਰਭ ਭਾਵੈ, ਜੋ ਪ੍ਰਮਾਤਮਾ ਨੂੰ ਭਾਉਂਦਾ ਹੈ, ਸੋ ਥੀਐ, ਉਹੀ ਹੋ ਕੇ ਰਹਿਣਾ ਹੈ, ਅਵਰ ਨਾ ਕਰਨਾ ਜਾਏ। ਹੋਰ ਕਿਸੇ ਮਨੁੱਖ ਦੀ ਕੋਈ ਨਾ ਮਰਜ਼ੀ ਚੱਲਣੀ ਹੈ, ਨਾ ਕਿਸੇ ਦੀਆਂ ਕੋਈ ਮਨ ਆਈਆਂ ਚੱਲਣੀਆਂ ਨੇ। ਗੁਰੂ ਜੀ ਦੇ ਚਰਨਾਂ ਵਿੱਚ ਰਹਿਣ ਵਾਲੇ, ਗੁਰੂ ਦੀ ਬਾਣੀ ਦੇ ਨਾਲ ਜੁੜਨ ਵਾਲੇ, ਗੁਰੂ ਜੀ ਕੇ ਉਪਦੇਸ਼ ਦੀ ਕਮਾਈ ਕਰਨ ਵਾਲੇ ਸਿੱਖ ਨੂੰ ਇਹ ਸਮਝ ਪੈ ਜਾਂਦੀ ਹੈ, ਜੋ ਹੋਣਾ ਹੈ ਵਾਹਿਗੁਰੂ ਜੀ ਤੁਹਾਡੀ ਰਜ਼ਾ 'ਚ ਹੋਣਾ ਹੈ, ਤੇ ਕਿਰਪਾ ਕਰੋ ਮੇਰੇ ਤੇ, ਮੈਂ ਤੁਹਾਡੀ ਰਜ਼ਾ ਤੇ ਹੁਕਮ ਦੇ ਵਿੱਚ ਤੁਰਨ ਲੱਗ ਪਵਾਂ। ਜਨ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਫਿਰ ਸਾਹਿਬ ਕਹਿੰਦੇ, ਹੇ ਹਰੀ, ਹੇ ਪਰਿਪੂਰਨ ਪ੍ਰਮਾਤਮਾ ਜੀ, ਮੈਨੂੰ ਵੀ ਆਪਣਾ ਹੁਕਮ ਬਖਸ਼ੋ, ਤਾਂ ਕਿ ਮੈਂ ਵੀ ਆਤਮਿਕ ਅਡੋਲਤਾ ਵਿੱਚ, ਚੜ੍ਹਦੀ ਕਲਾ ਵਿੱਚ ਟਿਕ ਜਾਵਾਂ, ਤੇਰੇ ਪ੍ਰੇਮ ਦੇ ਵਿੱਚ ਜੁੜ ਜਾਵਾਂ, ਤੇਰਾ ਗੁਲਾਮ ਬਣ ਜਾਵਾਂ। ਕਿਉਂਕਿ ਤੇਰੀ ਹੁਕਮ ਦੇ ਵਿੱਚ ਤੁਰ ਕੇ ਹੀ, ਹਰ ਵਕਤ ਤੈਨੂੰ ਚੇਤੇ ਕਰਕੇ ਹੀ ਮੈਂ ਆਤਮਿਕ ਜੀਵਨ ਦੀ, ਆਤਮਿਕ ਸੂਝ ਦੀ ਪ੍ਰਾਪਤੀ ਕਰ ਸਕਦਾ। ਕਿਰਪਾ ਕਰੋ ਮੈਂ ਹਰ ਵਕਤ ਚੰਗੇ ਵਿਚਾਰ, ਚੰਗੀਆਂ ਸੋਚਾਂ ਤੇ ਚੰਗੇ ਖਿਆਲਾਂ ਨੂੰ ਆਪਣੇ ਚਿੱਤ ਦੇ ਵਿੱਚ ਵਸਾਵਾਂ। ਇਹ 35 ਨੰਬਰ ਸ਼ਬਦ ਅੱਜ ਦਾ ਸ਼੍ਰੀ ਰਾਗ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਅੱਜ ਇਹਦੀ ਵਿਚਾਰ ਆਪਾਂ ਸਰਵਣ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਵਿੱਚ ਵੀ ਵਸ ਜਾਵੇ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜੋ ਰੋਜ਼ਾਨਾ ਲਾਈਵ ਫੇਸਬੁੱਕ ਆਡੀਓ ਦੇ ਮਾਧਿਅਮ ਦੇ ਰਾਹੀਂ ਗੁਰਬਾਣੀ ਦੀ ਵਿਚਾਰ ਸਰਵਣ ਕਰਦੇ ਹਨ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।